ਵਾਹਿਗੁਰੂ ਸਾਹਿਬ ਜੀਓ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੂ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੂ ਸੁਣੈ, ਜੋ ਕਾਲ ਕਿਰਪਾ ਕਰਾਏ। ਅੰਧ ਲਖੈ ਬਦਰੂ ਸੁਣੈ, ਜੋ ਕਾਲ ਕਿਰਪਾ ਕਰਾਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ। ਮਲਾਰ। ਪਰ ਦਰ ਪਰ ਧਨ ਪਰ ਲੋਭਾ, ਹਉਮੈ ਵਿਖੈ ਬਿਕਾਰ। ਦੁਸ਼ਟ ਭਾਉ ਤਜ ਨਿੰਦ ਪਰਾਈ, ਕਾਮ ਕ੍ਰੋਧ ਚੰਡਾਰ। ਪਰ ਦਰ ਪਰ ਧਨ ਪਰ ਲੋਭਾ, ਹਉਮੈ ਵਿਖੈ ਬਿਕਾਰ। ਦੁਸ਼ਟ ਭਾਉ ਤਜ ਨਿੰਦ ਪਰਾਈ, ਕਾਮ ਕ੍ਰੋਧ ਚੰਡਾਰ। ਮਹਿਲ ਮਹਿ ਬੈਠੇ ਅਗਮੇ ਅਪਾਰ, ਭੀਤਰ ਅੰਮ੍ਰਿਤ ਸੋਈ ਜਨ ਪਾਵੈ। ਜਿਸ ਗੁਰੂ ਕਾ ਸ਼ਬਦ ਰਤਨ ਆਚਾਰ। ਰਹਾਉ। ਦੁਖ ਸੁਖ ਦੋ ਸਮ ਕਰ ਜਾਣੈ, ਬੁਰਾ ਭਲਾ ਸੰਸਾਰ। ਸੁਧ ਬੁੱਧ ਸੁਰਤ ਨਾਮ ਹਰਿ ਪਾਈਐ, ਸਤ ਸੰਗਤ ਗੁਰ ਪਿਆਰ। ਅਹਨਿਸ ਲਾਹਾ ਹਰਿ ਨਾਮ ਪ੍ਰਾਪਤ, ਗੁਰ ਦਾਤਾ ਦੀਵਨਹਾਰ। ਗੁਰਮੁਖ ਸਿੱਖ ਸੋਈ ਜਨ ਪਾਏ, ਜਿਸਨੂੰ ਨਦਰ ਕਰੇ ਕਰਤਾਰ।
ਕਾਇਆ ਮਹਿਲ ਮੰਦਰ ਘਰ ਹਰ ਕਾ, ਤਿਸ ਮਹਿ ਰਾਖੀ ਜੋਤ ਅਪਾਰ। ਨਾਨਕ ਗੁਰਮੁਖ ਮਹਿਲ ਬੋਲਾਈਐ, ਹਰ ਮੇਲੇ ਮੇਲਣ ਹਾਰ। ਕਾਇਆ ਮਹਿਲ ਮੰਦਰ ਘਰ ਹਰ ਕਾ, ਤਿਸ ਮਹਿ ਰਾਖੀ ਜੋਤ ਅਪਾਰ। ਨਾਨਕ ਗੁਰਮੁਖ ਮਹਿਲ ਬੋਲਾਈਐ, ਹਰ ਮੇਲੇ ਮੇਲਣ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸੰਗਤਾਂ ਦਿਨ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ। ਕੀਰਤਨ ਨਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਲਾਰ ਰਾਗ ਦੇ ਵਿੱਚ ਹੈ। ਮਲਾਰ ਰਾਗ ਦੇ ਆਰੰਭ ਦੇ ਵਿੱਚ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਹਜ਼ੂਰ ਦੀ ਬਾਣੀ ਲਿਖੀ ਹੋਈ ਹੈ, ਜਿਨ੍ਹਾਂ ਦਾ 550 ਸਾਲਾ ਪ੍ਰਕਾਸ਼ ਪੁਰਬ ਦਿਹਾੜਾ ਵੀ ਇਸੇ ਸਾਲ ਵਿੱਚ ਸੰਗਤਾਂ ਮਨਾ ਰਹੀਆਂ ਹਨ। ਉਸੇ ਸਤਿਗੁਰੂ ਦਾ ਇਹ ਉਪਦੇਸ਼ ਹੈ ਜੋ ਆਪ ਸੰਗਤਾਂ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਹਜ਼ੂਰ ਦੇ ਚਰਨਾਂ ਦੇ ਵਿੱਚ ਜਿਹੜੇ ਪਰਮਾਰਥ ਦੇ ਪਾਂਧੀ ਸਨ, ਰੱਬ ਦੇ ਮੁਤਲਾਸ਼ੀ ਜਿਗਿਆਸੂ ਗੁਰਸਿੱਖ ਮਾਈ ਭਾਈ ਹਨ, ਉਹਨਾਂ ਨੇ ਹਜ਼ੂਰ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਐ ਗਰੀਬਾਂ ਨਵਾਜ਼ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿੱਥੇ ਰਹਿੰਦਾ? ਨਾਲ ਦੂਜਾ ਸਵਾਲ ਇਹ ਵੀ ਕਰ ਦਿੱਤਾ, ਤੇ ਮਹਾਰਾਜ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਿਵੇਂ ਕੀਤਾ ਜਾ ਸਕਦਾ ਹੈ? ਇਹ ਸਵਾਲ ਸਿੱਧਾਂ ਨੇ ਵੀ ਇੱਕ ਵਾਰ ਸਤਿਗੁਰੂ ਦੇ ਚਰਨਾਂ ਵਿੱਚ ਕੀਤਾ ਸੀ। ਹੇ ਸਤਿਗੁਰੂ ਜੀ, ਸਾਨੂੰ ਕਿਰਪਾ ਕਰਕੇ ਇਹ ਦੱਸੋ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਤਨਾ ਕੁ ਵੱਡਾ ਹੈ? ਦੂਸਰਾ ਸਵਾਲ ਇਹ ਕੀਤਾ, ਜਿੱਥੇ ਅਕਾਲ ਪੁਰਖ ਵਾਹਿਗੁਰੂ ਰਹਿੰਦਾ ਹੈ, ਉਹਦਾ ਟਿਕਾਣਾ, ਉਹ ਸਥਾਨ, ਉਹ ਮੁਕਾਮ ਕਿੰਨਾ ਕੁ ਉੱਚਾ ਹੈ? ਤੀਜਾ ਸਵਾਲ ਇਹ ਕੀਤਾ, ਉਸ ਵਾਹਿਗੁਰੂ ਦੇ ਮੁਕਾਮ 'ਤੇ ਜਾਣ ਵਾਸਤੇ ਸਭ ਤੋਂ ਉੱਚਾ ਸਾਧਨ ਕਿਹੜਾ ਹੈ? ਪਹਿਲਾਂ ਉਹ ਸਾਹਿਬ ਕਿਤਨਾ ਕੁ ਵੱਡਾ ਹੈ,
ਉਹਦਾ ਆਸਥਾਨ, ਉਹਦਾ ਮੁਕਾਮ, ਉਹਦਾ ਮਹਿਲ ਕਿੰਨਾ ਕੁ ਉੱਚਾ ਹੈ, ਫਿਰ ਉੱਥੇ ਪਹੁੰਚਿਆ ਕਿਵੇਂ ਜਾ ਸਕਦਾ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਬਾਣੀ, ਜੋ ਪ੍ਰਧਾਨ ਬਾਣੀ ਹੈ, ਪ੍ਰਧਾਨ ਬਾਣੀ ਇਸ ਲਈ ਉਹਨੂੰ ਆਖਿਆ ਜਾਂਦਾ ਹੈ, ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਦੇ ਵਿੱਚ ਉਹ ਬਾਣੀ ਲਿਖੀ ਹੋਈ ਹੈ। ਉਹਨੂੰ ਸਭ ਤੋਂ ਪਹਿਲਾ ਦਰਜਾ ਪ੍ਰਾਪਤ ਹੈ। ਉਸ ਜਪਜੀ ਸਾਹਿਬ ਬਾਣੀ ਵਿੱਚ ਸਤਿਗੁਰੂ ਦੇ ਬਚਨ ਆਏ ਨੇ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਇਹਦੇ ਅਰਥ ਮਹਾਂਪੁਰਖ ਇਉਂ ਕਰਦੇ ਸਨ, ਐ ਸਿੱਧ ਲੋਕੋ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਡਾ ਸਾਹਿਬ ਹੈ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਏ। ਉਹ ਸਾਹਿਬ ਕਿਤਨਾ ਕੁ ਵੱਡਾ ਹੈ, ਤਾਂ ਹਾਜ਼ੂਰ ਨੇ ਉਹਦੇ ਬਾਰੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਪ੍ਰਤ ਪਾਲੈ ਨਿਤਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਪਾਤਾਲਾਂ ਪਾਤਾਲ ਲਖ, ਆਕਾਸਾਂ ਆਕਾਸ। ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਬਾਤ। ਉਹ ਵਾਹਿਗੁਰੂ ਕਰੋੜਾਂ ਬ੍ਰਹਮੰਡਾਂ ਖੰਡਾਂ ਦਾ ਮਾਲਕ ਹੈ। ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ, ਜਿਸ ਨੂੰ ਵੱਡਾ ਸਾਹਿਬ ਆਖਿਆ ਜਾਂਦਾ ਹੈ, ਜਿਸ ਨੂੰ ਤੁਸੀਂ ਜਾਗਤ ਜੋਤ ਆਖਿਆ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦੀ ਦੇਹ, ਉਹਦਾ ਸਰੂਪ, ਉਹਦਾ ਆਕਾਰ ਕਿਤਨਾ ਕੁ ਵੱਡਾ ਹੈ, ਉਹਦੇ ਬਾਰੇ ਸਾਨੂੰ ਸਮਝਾਓ। ਤਾਂ ਕਲਗੀਧਰ ਪਾਤਸ਼ਾਹ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਕਲਗੀਧਰ ਪਾਤਸ਼ਾਹ ਨੇ ਇੱਕ ਦੋਹਰਾ ਉਚਾਰਨ ਕੀਤਾ, ਜਿਸ ਦਾ ਰਹਿਰਾਸ ਸਾਹਿਬ ਜੀ ਦੇ ਪਾਠ ਦੇ ਸਮੇਂ ਜਿਹੜੇ ਨਿਤਨੇਮੀ ਪ੍ਰੇਮੀ, ਬਾਣੀ ਨਾਲ ਤੇ ਬਾਣੀ ਨਾਲ ਪਿਆਰ ਕਰਨ ਵਾਲੇ ਗੁਰਸਿੱਖ ਪੜ੍ਹਦੇ ਹਨ। ਕਾਲ ਪੁਰਖ ਕੀ ਦੇਹ ਮੋਹ, ਕੋਟਕ ਬਿਸ਼ਨ ਮਹੇਸ਼। ਕੋਟ ਇੰਦਰ ਬ੍ਰਹਮਾ ਕਿਤੇ, ਰਾਵ ਸਸ ਕਰੋੜ ਜਲੇਸ। ਕਾਲ ਪੁਰਖ ਕੀ ਦੇਹ, ਕਾਲ ਜਿਹੜਾ ਲਫ਼ਜ਼ ਹੈ, ਇਹ ਕਲਗੀਧਰ ਪਾਤਸ਼ਾਹ ਨੇ ਅਕਾਲ ਪੁਰਖ ਦੇ ਲਈ ਵਰਤਿਆ ਹੈ। ਨਾਲ ਇਹਦੀ ਪਰਿਭਾਸ਼ਾ ਵੀ ਦੇ ਦਿੱਤੀ, ਆਪ ਕਰ ਸਭ ਜਾਕੂ ਕਾਲਾ, ਤਾਂ ਤੇ ਕਾਲ ਨਾਮ ਤੇ ਡਾਲਾ। ਔਰ ਸੋ ਕਾਲ ਸਵੈ ਬਸ ਕਾਲ ਕੀ, ਏਕ ਹੀ ਕਾਲ ਅਕਾਲ ਸਦਾ ਹੈ। ਕਾਲ ਸ਼ਬਦ ਅਕਾਲ ਪੁਰਖ ਦੇ ਲਈ ਵਰਤਿਆ। ਉਸ ਕਾਲ ਪੁਰਖ ਦੀ ਦੇਹ ਵਿੱਚ ਕੋਟਕ ਬਿਸ਼ਨ ਮਹੇਸ਼, ਕਰੋੜਾਂ ਹੀ ਵਿਸ਼ਨੂੰ ਤੇ ਮਹੇਸ਼ ਸ਼ਿਵ ਜੀ ਵਰਗੇ ਦੇਵਤੇ ਨਿਵਾਸ ਕਰਦੇ ਨੇ। ਕੋਟ ਇੰਦਰ ਬ੍ਰਹਮਾ ਕਿਤੇ, ਕਰੋੜਾਂ ਹੀ ਇੰਦਰ ਦੇਵਤਿਆਂ ਦੇ ਪਾਤਸ਼ਾਹ, ਕਿੰਨੇ ਹੀ ਬ੍ਰਹਮਾ ਜਿਹੜੇ ਸ੍ਰਿਸ਼ਟੀ ਦੇ ਰਚਨਹਾਰ ਮੰਨੇ ਗਏ ਨੇ, ਕਿਉਂਕਿ ਬ੍ਰਹਮਾ ਨੂੰ ਸ੍ਰਿਸ਼ਟੀ ਦਾ ਕਰਤਾ ਮੰਨਿਆ, ਵਿਸ਼ਨੂੰ ਨੂੰ ਪਾਲਕ ਮੰਨਿਆ ਅਤੇ ਸ਼ਿਵ ਜੀ ਨੂੰ ਸੰਘਾਰਕ ਮੰਨਿਆ। ਇਹ ਸਾਰੇ ਦੇਵਤੇ ਵਾਹਿਗੁਰੂ ਦੀ ਦੇਹ ਵਿੱਚ ਇੱਕ ਨਹੀਂ, ਦੋ ਨਹੀਂ, ਕਰੋੜਾਂ ਦੀ ਤਾਦਾਦ ਵਿੱਚ ਵਸ ਰਹੇ ਨੇ। ਕੋਟ ਇੰਦਰ ਬ੍ਰਹਮਾ ਕਿਤੇ, ਰਾਵ 7 ਕਰੋੜ ਜਲੇਸ।
रब तो भाव है सूरज ते सस तो भाव है चंद्रमा। एक ब्रह्मंड दे विच एक सूरज ते चंद्रमा रहिंदे ने, पर उस वाहिगुरू दी दे उहदा स्वरूप इतना वड्डा है। रब सस करोड़ जलेस, करोड़ां ही सूरज ते चंद्रमा ते जलेस तो भाव है वरण देवता, जिन्हों मुसलमान ख्वाजा पीर भी कह देंदे ने। वो करोड़ां की तादाद विच उस वाहिगुरू की देह विच वसदे ने। हुण तुसीं अंदाज़ा लाओ भी उस अकाल पुरख वाहिगुरू का स्वरूप कितना वड्डा होवेगा, जिहदे विच करोड़ां ही ब्रह्मा, विष्णु, शिव जी, इंद्र, सूरज, चंद्रमा, वरण देवते निवास करते हैं। ਉਹਦਾ ਅੰਦਾਜ਼ਾ ਲਾਉਣਾ ਸਾਡੀ ਸਮਝ ਤੋਂ ਪਰੇ ਦੀ ਗੱਲ ਹੈ। ਇਸੇ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਵੱਡਾ ਸਾਹਿਬ, ਉਹ ਵਾਹਿਗੁਰੂ ਵੱਡਾ ਸਾਹਿਬ ਹੈ, ਉਸ ਤੋਂ ਵੱਡਾ ਕੋਈ ਹੋਰ ਨਹੀਂ। ਉੱਚਾ ਥਾਂ ਤੇ ਫਿਰ ਜਿਹੜੇ ਥਾਂ 'ਤੇ ਉਹ ਰਹਿੰਦਾ ਹੈ, ਉਹ ਥਾਂ, ਉਹ ਟਿਕਾਣਾ ਬਹੁਤ ਉੱਚਾ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉੱਪਰਲੇ ਮੰਡਲਾਂ ਦੀ ਯਾਤਰਾ ਕਰ ਰਹੇ ਸਨ, ਪਹਿਲਾਂ ਧਰੂ ਮੰਡਲ ਵਿੱਚ ਪਹੁੰਚਦੇ ਨੇ। ਧਰੂ ਭਗਤ ਦੇ ਨਾਲ ਵਾਰਤਾਲਾਪ ਹੁੰਦੇ। ਫਿਰ ਭਾਈ ਬਾਲੇ ਤੇ ਮਰਦਾਨੇ ਨੂੰ ਧਰੂ ਭਗਤ ਦੇ ਪਾਸ ਛੱਡ ਕੇ ਸਤਿਗੁਰੂ ਆਪ ਇਕੱਲੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਵਾਸਤੇ ਜਾਂਦੇ ਹਨ। ਅਤੇ ਭਾਈ ਬਾਲੇ ਮਰਦਾਨੇ ਨੂੰ ਇਹ ਗੱਲ ਆਖ ਦਿੰਦੇ ਨੇ, ਤੁਸੀਂ ਇੱਥੇ ਰਹੋ, ਅਸੀਂ ਆਪਣੇ ਪਿਆਰੇ ਕਰਤਾਰ ਨੂੰ, ਪਰਮ ਪਿਤਾ ਪਰਮਾਤਮਾ ਨੂੰ ਮਿਲਣ ਵਾਸਤੇ ਜਾ ਰਹੇ ਹਾਂ। ਕੁਛ ਸਮਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੰਤਰ ਧਿਆਨ ਹੋ ਕੇ ਵਾਹਿਗੁਰੂ ਦੇ ਸੱਚਖੰਡ ਵਿੱਚ ਪਹੁੰਚ ਗਏ। ਕੁਛ ਸਮੇਂ ਤੋਂ ਬਾਅਦ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਦੀਦਾਰੇ ਕਰਕੇ, ਬਚਨ ਬਲਾਸ ਕਰਕੇ ਜਦੋਂ ਵਾਪਸ ਮੁੜ ਕੇ ਆਏ ਨੇ, ਭਾਈ ਬਾਲਾ ਤੇ ਮਰਦਾਨਾ ਜੀ ਨੇ ਪੁੱਛਿਆ, ਇਹ ਗਰੀਬਨ ਨਵਾਜ਼ ਸਤਿਗੁਰੂ ਜੀ, ਆਪ ਕਿਰਪਾ ਕਰਕੇ ਇਹ ਦੱਸੋ, ਜਿਹੜੇ ਮੁਕਾਮ 'ਤੇ, ਜਿਹੜੇ ਅਸਥਾਨ 'ਤੇ, ਉਸ ਨਿਰੰਕਾਰ ਦੇ ਦੇਸ਼ ਵਿੱਚ ਤੁਸੀਂ ਜਾ ਕੇ ਆਏ ਹੋ, ਉਹ ਇੱਥੋਂ ਭਲਾ ਕਿੰਨੇ ਕੁ ਦੂਰ ਹੈ, ਇਹਦੇ ਬਾਰੇ ਦੱਸੋ। ਤਾਂ ਗਰੀਬਨ ਨਵਾਜ਼ ਸਤਿਗੁਰੂ ਜੀ ਕਹਿਣ ਲੱਗੇ, ਇਹਦੇ ਬਾਰੇ ਕੁਝ ਵੀ ਦੱਸਿਆ ਨਹੀਂ ਜਾ ਸਕਦਾ। ਕਿਉਂ? ਗੁਰਬਾਣੀ ਦੇ ਬਚਨ ਨੇ, ਅਤ ਉੱਚਾ ਤਾਂਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾਵਾਰਾ। ਉਸ ਵਾਹਿਗੁਰੂ ਪਰਮੇਸ਼ਰ ਦਾ ਦਰਬਾਰ, ਸੱਚਖੰਡ ਦਰਬਾਰ, ਜਿੱਥੇ ਉਹ ਵਸਦਾ। ਜਪਜੀ ਸਾਹਿਬ ਬਾਣੀ ਵਿੱਚ ਸਤਿਗੁਰੂ ਮਹਾਰਾਜ ਨੇ 5 ਖੰਡਾਂ ਦਾ ਜ਼ਿਕਰ ਕੀਤਾ। ਧਰਮ ਖੰਡ, ਗਿਆਨ ਖੰਡ, ਕਰਮ ਖੰਡ, ਸਰਮ ਖੰਡ, ਅਖੀਰ 'ਤੇ ਸੱਚਖੰਡ ਦੀ ਗੱਲ ਕੀਤੀ ਹੈ। ਸੱਚਖੰਡ ਦੇ ਵਿੱਚ ਕੌਣ ਰਹਿੰਦਾ ਹੈ, ਉਹਦੇ ਬਾਰੇ ਸਤਿਗੁਰੂ ਦਾ ਫੈਸਲਾ ਹੈ, ਸੱਚਖੰਡ ਵਸੈ ਨਿਰੰਕਾਰ। ਸੱਚਖੰਡ ਉਹ ਸਥਾਨ ਹੈ ਜਿੱਥੇ ਕੇਵਲ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਵਸਦਾ ਹੈ, ਹੋਰ ਕੋਈ ਨਹੀਂ ਉੱਥੇ ਰਹਿੰਦਾ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖਿਆ ਨਜ਼ਰ ਨਿਹਾਲ। ਜਿਹੜੇ ਭਗਤ ਨੇ, ਸੰਤ ਮਹਾਂਪੁਰਖ ਨੇ, ਉਹ ਕਰਮਖੰਡ ਦੇ ਵਿੱਚ ਰਹਿੰਦੇ ਨੇ। ਵਾਹਿਗੁਰੂ ਆਪ ਮਹਿਲ ਮੈਂ ਬੈਠੀ ਅਗਮਾ ਪਾਰ, ਉਹ ਕੇਵਲ ਆਪਣੇ ਸੱਚਖੰਡ ਦੇ ਵਿੱਚ ਰਹਿੰਦਾ, ਜਿੱਥੇ ਹੋਰ ਕੋਈ ਨਹੀਂ ਰਹਿ ਸਕਦਾ। ਜਿਵੇਂ ਸੰਸਾਰਕ ਦ੍ਰਿਸ਼ਟੀਕੋਣ ਤੋਂ ਜਿੱਥੇ ਕੋਈ ਬਾਦਸ਼ਾਹ ਰਹਿੰਦਾ ਹੋਵੇ, ਉੱਥੇ ਹੋਰ ਕੋਈ ਅਮੀਰ, ਵਜ਼ੀਰ, ਅਹਿਲਕਾਰ
ਨਹੀਂ ਰਹਿ ਸਕਦਾ। ਉਹਨਾਂ ਦੇ ਟਿਕਾਣੇ ਵੱਖਰੇ ਹੁੰਦੇ ਨੇ। ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿੱਥੇ ਰਹਿੰਦਾ ਉਹਨੂੰ ਸਤਿਗੁਰੂ ਨੇ ਸੱਚਖੰਡ ਦਾ ਨਾਮ ਦਿੱਤਾ। ਹੁਣ ਸਤਿਗੁਰੂ ਕਹਿਣ ਲੱਗੇ ਉਸ ਵਾਹਿਗੁਰੂ ਦਾ ਅਸਥਾਨ ਜਿੱਥੇ ਉਹ ਰਹਿੰਦਾ ਸੱਚਖੰਡ ਦਰਬਾਰ, ਅਤ ਉੱਚਾ ਤਾਂਕਾ ਦਰਬਾਰ, ਉਹ ਬਹੁਤ ਉੱਚਾ ਹੈ। ਉਹਨੂੰ ਕੋਹਾਂ ਦੇ ਨਾਲ, ਮੀਲਾਂ ਦੇ ਨਾਲ, ਯੋਜਨਾ ਦੇ ਨਾਲ ਮਿਣਿਆ ਨਹੀਂ ਜਾ ਸਕਦਾ। ਠੀਕ ਹੈ, ਆਹ ਜਿਹੜੇ ਗ੍ਰਹਿ ਨੇ ਇਹਨਾਂ ਦੀ ਦੂਰੀ ਨੂੰ ਜਿਹੜੇ ਸਾਡੇ ਪੁਲਾੜ ਦੇ ਖੋਜੀ ਨੇ, ਵਿਗਿਆਨੀ ਲੋਕ, ਉਹ ਉਹਨਾਂ ਦੀ ਦੂਰੀ ਦੱਸ ਦਿੰਦੇ ਨੇ ਵੀ ਆਹ ਗ੍ਰਹਿ ਇਸ ਧਰਤੀ ਤੋਂ ਇੰਨਾ ਦੂਰ ਹੈ। ਪਰ ਉਹ ਵਾਹਿਗੁਰੂ ਦਾ ਸੱਚਖੰਡ ਕਿੰਨੀ ਦੂਰ ਹੈ ਇਹਦੇ ਬਾਰੇ ਕੋਈ ਕੁਝ ਨਹੀਂ ਦੱਸ ਸਕਦਾ। ਕਿਉਂ? ਅੰਤ ਨਹੀਂ, ਉਹਦਾ ਕੋਈ ਸਿਰਾ ਬੰਨਾ ਹੈ ਹੀ ਕੋਈ ਨਹੀਂ। ਉਹਦਾ ਓੜਕ, ਉਹਦਾ ਹੱਦ ਬੰਨਾ ਕੋਈ ਦਿਖਾਈ ਦਿੰਦਾ ਹੀ ਨਹੀਂ। ਫਿਰ ਦੱਸੋ ਉਹਦੇ ਬਾਰੇ ਕਿਵੇਂ ਦੱਸਿਆ ਜਾ ਸਕਦਾ? ਫਿਰ ਮਹਾਰਾਜ ਉੱਥੇ ਜਾਣ ਲਈ ਉੱਚਾ ਸਾਧਨ ਕਿਹੜਾ ਹੈ? ਤਾਂ ਸਤਿਗੁਰੂ ਦਾ ਜਵਾਬ ਹੈ, ਅਤ ਉੱਚਾ ਤਾਂਕਾ ਦਰਬਾਰਾ, ਅੰਤ ਨਹੀਂ ਕਿਛਪਾਰਾ ਵਾਰਾ। ਜੇ ਉੱਥੇ ਜਾਣਾ ਚਾਹੁੰਦੇ ਹੋ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾ। ਉਸ ਉੱਚੇ ਸੱਚਖੰਡ ਅਸਥਾਨ 'ਤੇ ਜਾਣ ਦੇ ਲਈ ਸਭ ਤੋਂ ਉੱਚਾ ਸਾਧਨ, ਉੱਚਾ ਤੋਂ ਭਾਵ ਹੈ ਸ਼੍ਰੋਮਣੀ, ਪ੍ਰਮੁੱਖ ਸਾਧਨ, ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਗੁਰਮਤਿ ਵਿੱਚ ਨਾਮ ਦੀ ਮਹਿਮਾ ਸਭ ਤੋਂ ਵਧੇਰੇ ਗੁਰੂ ਮਹਾਰਾਜ ਨੇ ਲਿਖੀ ਹੈ। ਕਲ ਮੈਂ ਰਾਮ ਨਾਮ ਸਾਰ, ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨਰੂਤ ਨਾਹੀ ਨਾਹੀ ਮਦ ਪਾਰੋਂ ਭੂਲੋ ਭੂਲੋ। ਰੇ ਮਨ ਵਤਰ ਬੀਜਣ ਨਾਓ, ਬੋਏ ਖੇਤੀ ਲਾਏ ਮਨੁਆ, ਭਲੋ ਸਮੋ ਸੁਆਓ। ਸਤਜੁਗ ਸਤ ਤੇਤਾ ਜਗੀ, ਦੁਆਪਰ ਪੂਜਾ ਚਾਰ, तीनों जोग तीनों दिड़े, कल केवल नाम आधार। सतगुरु कहते ने उच्चे उपर उच्चा ना। उस वाहिगुरु के उच्चे सचखंड दरबार में जाण लई उच्चा साधन वाहिगुरु परमेश्वर का नाम ही है। तुसी नाम नाल जुड़ो, नाम द्वारा नामी दे घर पहुँचा जा सकता है। हुण इत्थे ये भी एक सवाल पैदा होंदा है भी उस वाहिगुरु परमेश्वर का जो सचखंड दरबार है ਉਹਦਾ ਦਰ ਘਰ ਕਿਹੋ ਜਿਹਾ ਹੋਵੇਗਾ। ਹੁਣ ਜਦੋਂ ਆਪਾਂ ਇਹਦੇ ਬਾਰੇ ਵਿਚਾਰ ਕਰਾਂਗੇ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸੋਦਰ ਬਾਣੀ ਦਾ ਨਾਮ ਹੈ, ਜੋ ਆਪਾਂ ਸ਼ਾਮ ਦੇ ਸਮੇਂ ਰਹਿਰਾਸ ਸਾਹਿਬ ਜੀ ਦੇ ਪਾਠ ਦੇ ਆਰੰਭ ਦੇ ਵਿੱਚ ਪੜ੍ਹਦੇ ਹਾਂ। ਸੋਦਰ, ਉਹ ਬਾਣੀ ਨੂੰ ਪੜ੍ਹੋ। उस बाणी विच गुरु महाराज ने उस वाहिगुरु दे दर घर का नक्शा खिंचिया। सो दर तीरा कीहा, सो कर कीहा, जित बह सर्ब संभाले, वाजे तेरे नाद अनेक असंखा, केते तेरे वावन हारे। अगे चल के फिर लिखिया है भी कौन कौन वाहिगुरु परमेश्वर का जस गाउंदे ने। गावह तुधनो पाउन पवन पानी बह संतर, गावह राजा धर्म द्वारे, गावन तुधनो चित गुप्त लिख जानन, लिख लिख धर्म विचारे। सोदर दी पूरी बाणी विच पूरे शब्द विच सतगुरु महाराज ने उस वाहिगुरु दे दर घर दे विच कौन कौन उहदी सिफत सलाह कर रहे ने उहदे बारे दस्सिया। आखिर ते फिर गुरु महाराज ने ये निचोड़ कढ़िया, सोई सोई सदा सच साहिब, साचा साची नाई, है पी होसी जाए ना जासी, रचना जन रचाई। रंगी रंगी पाती कर कर जिनसी माया जिन्हें पाई, कर कर देखा कीता है अपना,
ज्यों तिसदी वडियाई। जो तिस पावै सोई करसी, हुक्म न करना जाई। सो पातशाहो शाह पात साहिब, नानक रहन रजाई। वो वाहिगुरू पातशाहां दा भी पातशाह है, ਉਹਦੇ ਉੱਤੇ ਹੋਰ ਕੋਈ ਪਾਤਸ਼ਾਹ ਨਹੀਂ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਹਿਲ ਮੈਂ ਬੈਠੇ ਅਗਮਾ ਪਾਰ। ਉਹ ਅਗਮਾ ਪਾਰ ਪ੍ਰਭੂ ਜੀ, ਅਗਮ ਕਹਿੰਦੇ ਨੇ ਜੀ ਮਨ ਦੀ ਗਮਤਾ ਤੋਂ ਪਰੇ ਹੋਵੇ, ਅਤੇ ਅਪਾਰ ਪ੍ਰਕਿਰਤੀ ਦੁਆਰਾ ਵੀ ਜਿਸ ਨੂੰ ਨਾ ਜਾਣਿਆ ਜਾ ਸਕੇ। ਕਿਉਂਕਿ ਕਈ ਪ੍ਰਕਿਰਤੀ ਦੇ ਸਾਧਨ ਨੇ, ਆ ਜਿਹੜੇ ਸਾਡੇ ਵਿਗਿਆਨੀ ਨੇ ਉਹਨਾਂ ਨੇ ਪ੍ਰਕਿਰਤੀ ਦੀ ਬੜੀ ਖੋਜ ਕੀਤੀ ਹੈ, ਪਰ ਵਾਹਿਗੁਰੂ ਮਨ ਦੀ ਗਮਤਾ ਤੋਂ ਵੀ ਪਰੇ ਹੈ। ਜਿਹੜੇ ਪ੍ਰਕਿਰਤਕ ਸਾਧਨ ਨੇ, ਪ੍ਰਕਿਰਤੀ ਦੀ ਖੋਜ ਲਈ ਬਣਾਏ ਗਏ ਜੰਤਰ ਨੇ, ਉਹਨਾਂ ਤੋਂ ਵੀ ਪਰੇ ਹੈ। ਉਹ ਅਗਮਾ ਪਾਰ ਵਾਹਿਗੁਰੂ ਜੀ ਆਪਣੇ ਸੱਚਖੰਡ ਮਹਿਲ ਦੇ ਵਿੱਚ ਬੈਠੇ ਨੇ, ਬਿਰਾਜਮਾਨ ਨੇ। ਫਿਰ ਮਹਾਰਾਜ ਉਹਦੇ ਤੱਕ ਪਹੁੰਚਿਆ ਕਿਵੇਂ ਜਾ ਸਕਦਾ? ਅਗਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਨੇ, ਪੀਤਰ ਅੰਮ੍ਰਿਤ ਸੋਈ ਜਨ ਪਾਵੇ, ਜਿਸ ਗੁਰ ਕਾ ਸ਼ਬਦ ਰਤਨ ਆਚਾਰ। ਰਹਾਓ, ਇਹ ਸਿਧਾਂਤਕ ਪੰਕਤੀਆਂ ਨੇ ਜਿਨ੍ਹਾਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ। ਗਰੀਬਨਵਾਜ ਸਤਿਗੁਰੂ ਜੀ ਕਹਿੰਦੇ ਨੇ, ਮਹਿਲ ਮੈਂ ਬੈਠੇ ਅਗਮਾ ਪਾਰ। ਉਹ ਮਹਿਲ ਹੈ ਕਿੱਥੇ? ਪੀਤਰ, ਉਹ ਸਭ ਦੇ ਅੰਦਰ ਮੌਜੂਦ ਹੈ। ਇਹ ਨਹੀਂ ਵੀ ਉਹ ਜਿਹੜਾ ਵਾਹਿਗੁਰੂ ਦਾ ਸੱਚਖੰਡ ਹੈ ਉਹ ਕੋਈ ਇਸ ਧਰਤੀ ਤੋਂ, ਜਿਵੇਂ ਹੋਰ ਗ੍ਰਹਿ ਆਪਾਂ ਦੇਖਦੇ ਹਾਂ ਵੀ ਇਸ ਤਰ੍ਹਾਂ ਉਹ ਕਿਧਰੇ ਪਤਾ ਨਹੀਂ ਕਿਹੜੇ ਅਸਮਾਨ 'ਤੇ ਹੋਵੇਗਾ। ਹਜ਼ੂਰ ਕਹਿੰਦੇ ਨਹੀਂ, ਉਹ ਵਾਹਿਗੁਰੂ ਪਰਮੇਸ਼ਰ ਦਾ ਮਹਿਲ, ਉਹਦਾ ਸੱਚਖੰਡ ਘਰ ਸਭ ਦੇ ਅੰਦਰ ਮੌਜੂਦ ਹੈ। ਪੀਤਰ ਅੰਮ੍ਰਿਤ, ਅਤੇ ਉਹਦਾ ਨਾਮ ਵੀ ਅੰਮ੍ਰਿਤ ਸਾਡੇ ਅੰਦਰ ਹੀ ਮੌਜੂਦ ਹੈ। ਜਿਹੜਾ ਅੰਮ੍ਰਿਤ ਸ਼ਬਦ ਹੈ ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਵੀ ਵਾਚਕ ਹੈ। ਜਿਹੜਾ ਅੰਮ੍ਰਿਤ ਸ਼ਬਦ ਹੈ ਇਹਦਾ ਅਰਥ ਮਹਾਂਪੁਰਖ ਹੀ ਕਰਦੇ ਸਨ। ਅੰਮ੍ਰਿਤ, ਮ੍ਰਿਤ ਮੌਤ ਨੂੰ ਕਹਿੰਦੇ ਨੇ। ਅੰਮ੍ਰਿਤ ਜਿਹੜਾ ਮੌਤ ਤੋਂ ਰਹਿਤ ਹੋਵੇ, ਜਿਸ ਉੱਤੇ ਮੌਤ ਦਾ ਕੋਈ ਅਸਰ ਨਾ ਹੋਵੇ, ਉਹ ਕੌਣ ਹੈ? ਉਹ ਵਾਹਿਗੁਰੂ ਪਰਮੇਸ਼ਰ ਹੀ ਹੈ ਨਾ। ਏਕ ਹੀ ਕਾਲ ਅਕਾਲ ਸਨਹਿ, ਉਹ ਕਾਲ ਹੀ ਅਕਾਲ ਹੈ, ਉਹੀ ਮੌਤ ਤੋਂ ਪਰੇ ਹੈ। ਇਸੇ ਲਈ ਇੱਥੇ ਅੰਮ੍ਰਿਤ ਦਾ ਅਰਥ ਵਾਹਿਗੁਰੂ ਪਰਮੇਸ਼ਰ, ਜੋ ਅਵਿਨਾਸ਼ੀ ਸਰੂਪ ਹੈ, ਜਿਹਦੇ ਬਾਰੇ ਮੂਲ ਮੰਤਰ ਦੇ ਵਿੱਚ ਲਿਖਿਆ ਹੈ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਇਹੀ ਸੱਚ। ਇਹ ਅੰਮ੍ਰਿਤ ਸ਼ਬਦ ਉਹਦੇ ਲਈ ਜਿਹੜਾ ਮੌਤ ਤੋਂ ਪਰੇ ਹੈ। ਪੀਤਰ ਅੰਮ੍ਰਿਤ, ਉਹ ਮਿਰਤੂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਮੌਜੂਦ ਹੈ। ਸੋਈ ਜਨ ਪਾਵੇ, ਪਰ ਉਸ ਵਾਹਿਗੁਰੂ ਪਰਮੇਸ਼ਰ ਨੂੰ ਜੋ ਸਾਡੇ ਅੰਦਰ ਹੀ ਆਪਣੇ ਮਹਿਲ ਦੇ ਵਿੱਚ ਬੈਠਾ ਹੈ, ਉਸ ਨੂੰ ਉਹੀ ਜਨ ਗੁਰਸਿੱਖ ਗੁਰਮੁਖ ਪਿਆਰਾ ਪ੍ਰਾਪਤ ਕਰਦਾ ਹੈ, ਜਿਸ ਗੁਰ ਕਾ ਸ਼ਬਦ ਰਤਨ ਆਚਾਰ, ਜਿਹਦਾ ਆਚਾਰ ਤੋਂ ਭਾਵ ਹੈ ਇਖਲਾਕ, ਆਚਰਨ। ਆਚਾਰ ਤੋਂ ਭਾਵ ਹੁੰਦਾ ਚਾਲ ਚਲਣ। ਗੁਰੂ ਕੇ ਸ਼ਬਦ ਰੂਪੀ ਰਤਨ ਦੇ ਅਨੁਸਾਰ ਟਲ ਜਾਂਦਾ ਹੈ, ਅਤੇ ਉਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦਾ ਹੈ, ਜਿਸ ਗੁਰ ਕਾ ਸ਼ਬਦ ਰਤਨ ਆਚਾਰ। ਸ਼ਬਦ ਨੂੰ ਰਤਨ ਆਖਿਆ ਹੈ। ਆਨੰਦ ਸਾਹਿਬ ਬਾਣੀ ਵਿੱਚ ਵੀ ਆਪਾਂ ਪੜ੍ਹਦੇ ਹਾਂ ਨਾ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਗੁਰੂ ਕਾ ਸ਼ਬਦ ਰਤਨ ਵਾਂਗੂ ਅਮੋਲਕ ਹੈ। ਸੁਖਮਨੀ ਸਾਹਿਬ ਬਾਣੀ ਵਿੱਚ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ ਲਾਲ ਇਹੋ ਰਤਨ। ਉੱਥੇ ਜਿਹੜੇ ਗੁਰਬਾਣੀ ਦੇ ਸ਼ਲੋਕ ਨੇ, ਸ਼ਬਦ ਨੇ, ਉਹਨਾਂ ਨੂੰ ਲਾਲ ਅਤੇ ਰਤਨ ਆਖਿਆ। ਜਿਸ ਗੁਰ ਕਾ ਸ਼ਬਦ ਰਤਨ ਆਚਾਰ, ਇਹ ਸ਼ਬਦ ਰਤਨ ਵਾਂਗੂ ਅਮੋਲਕ ਹੈ। ਇੱਕ ਗੁਰੂ ਦਾ ਬਚਨ
ਹੀਰੇ ਲਾਲਾਂ ਵਾਂਗੂ ਬੇਸ਼ਕੀਮਤੀ ਹੈ, ਜਿਸ ਦਾ ਆਚਾਰ ਜੀਵਨ ਗੁਰੂ ਸ਼ਬਦ ਦੇ ਸੰਚੇ ਵਿੱਚ ਢਲ ਗਿਆ ਹੈ। ਜੋ ਸ਼ਬਦ, ਜੋ ਗੁਰਬਾਣੀ ਸਾਨੂੰ ਸਿੱਖਿਆ ਦਿੰਦੀ ਹੈ, ਅਸੀਂ ਉਹਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਿਆ ਹੈ। ਜੋ ਗੁਰ ਕਹੈ ਸੋਈ ਪਲ ਮੰਨ, ਜੋ ਗੁਰੂ ਕਹਿੰਦੇ ਨੇ ਉਹਨੂੰ ਸਤ ਕਰਕੇ ਅਸੀਂ ਮੰਨ ਲੈਂਦੇ ਹਾਂ। ਇਉਂ ਜਿਸ ਨੇ ਆਪਣੇ ਆਚਰਨ ਨੂੰ, ਆਪਣੇ ਅਖਲਾਕ ਨੂੰ, ਆਪਣੇ ਚਾਲ ਚਲਣ ਨੂੰ ਗੁਰੂ ਸ਼ਬਦ ਦੇ ਰਤਨ ਵਿੱਚ ਢਾਲ ਲਿਆ ਹੈ, ਭਾਵ ਜਿਸ ਨੇ ਗੁਰੂ ਆਸ਼ੀ ਅਨੁਸਾਰ ਆਪਣਾ ਜੀਵਨ ਕੱਢ ਲਿਆ ਹੈ, ਫਿਰ ਉਹਨੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ। ਹਰ ਕੋਈ ਨਹੀਂ ਰੱਬ ਨੂੰ ਮਿਲ ਸਕਦਾ। ਜਿਸ ਨੇ ਗੁਰੂ ਸ਼ਬਦ ਦੁਆਰਾ ਆਪਣੇ ਜੀਵਨ ਨੂੰ, ਆਚਰਨ ਨੂੰ ਉੱਚਾ ਸੁੱਚਾ ਬਣਾ ਲਿਆ, ਉਹਨੂੰ ਪਰਮੇਸ਼ਰ ਮਿਲਦਾ। ਹੁਣ ਆਰੰਭ ਤੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਸ ਮਨੁੱਖ ਨੇ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦੀ ਇੱਛਾ ਹੋਵੇ, ਫਿਰ ਉਹਨੂੰ ਆਹ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਛੱਡਣਾ ਵੀ ਪਵੇਗਾ। ਕੁਛ ਛੱਡਣਾ ਵੀ ਪਵੇਗਾ ਅਤੇ ਕੁਛ ਗ੍ਰਹਿਣ ਵੀ ਕਰਨਾ ਪਵੇਗਾ। ਕਿਉਂ? ਸਤਿਗੁਰੂ ਦਾ ਸਾਨੂੰ ਇਹ ਹੁਕਮ ਹੈ, ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਵਗਣ ਚਲੀਏ। ਸਾਂਝ ਗੁਣਾਂ ਦੀ ਕਰਨੀ ਹੈ ਅਤੇ ਔਗਣਾਂ ਨੂੰ ਛੱਡ ਦੇਣਾ। ਔਗਣ ਕਿਹੜੇ ਨੇ? ਹੁਣ ਉਹਨਾਂ ਦਾ ਪਹਿਲੇ ਅੰਕ ਵਿੱਚ ਗੁਰੂ ਮਹਾਰਾਜ ਨੇ ਜ਼ਿਕਰ ਕੀਤਾ, ਜਿਹੜੀਆਂ ਛੱਡਣ ਵਾਲੀਆਂ ਚੀਜ਼ਾਂ ਨੇ। ਆਪ ਸੰਗਤਾਂ ਪ੍ਰੇਮ ਦੇ ਨਾਲ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ। ਮਲਾਰ। ਪਰ ਦਾਰਾ ਪਰ ਧਨ ਪਰ ਲੋਭਾ, ਹਉਮੈ ਵਿਖੈ ਬੇਕਾਰ। ਜਿਹੜਾ ਇਸ ਸ਼ਬਦ ਦਾ ਸਿਰਲੇਖ ਹੈ, ਉਹ ਵੀ ਸਤਿਗੁਰੂ ਨੇ ਵੱਖਰੇ ਢੰਗ ਦੇ ਨਾਲ ਲਿਖਿਆ। ਹੁਣ ਪਿੱਛੇ ਜਿਹੜੇ ਸ਼ਬਦ ਆਏ ਨੇ, ਜਦੋਂ ਉਹਨਾਂ ਦਾ ਸਿਰਲੇਖ ਲਿਖਿਆ ਹੈ, ਮਲਾਰ ਰਾਗ ਪਹਿਲਾਂ ਲਿਖਿਆ, ਮਲਾਰ ਮਹੱਲਾ ਪਹਿਲਾ। ਪਰ ਇਹ ਸ਼ਬਦ ਦੇ ਵਿੱਚ ਮਹੱਲਾ ਪਹਿਲਾਂ ਲਿਖ ਕੇ ਫਿਰ ਮਲਾਰ ਸ਼ਬਦ ਲਿਖਿਆ। ਰਾਗ ਦਾ ਜ਼ਿਕਰ ਪਿੱਛੋਂ ਕੀਤਾ। ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਆਪਣੀ ਮੌਜ ਹੈ, ਆਪਣੀ ਇੱਛਾ ਹੈ। ਮਹੱਲਾ ਪਹਿਲਾ ਮਲਾਰ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਲਾਰ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕਰ ਰਹੇ ਨੇ। ਹਜ਼ੂਰ ਫਰਮਾਉਂਦੇ ਨੇ, ਐ ਗੁਰਸਿੱਖਾ, ਜੇ ਤੂੰ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਹੈ, ਆਹ ਜਿਹੜੇ ਵਿਕਾਰ ਨੇ, ਐਬ ਨੇ, ਔਗਣ ਨੇ, ਇਹਨਾਂ ਨੂੰ ਛੱਡਣਾ ਪਵੇਗਾ। ਉਹ ਕਿਹੜੇ ਐਬ ਨੇ? ਸਭ ਤੋਂ ਪਹਿਲੇ ਨੰਬਰ 'ਤੇ ਸਤਿਗੁਰੂ ਕਹਿੰਦੇ ਨੇ ਪਰ ਦਾਰਾ। ਦਾਰਾ ਕਹਿੰਦੇ ਨੇ ਇਸਤਰੀ ਨੂੰ, ਪਰ ਇੱਥੇ ਨਾਲ ਪਰ ਸ਼ਬਦ ਲਿਖਿਆ, ਪਰ ਦਾਰਾ, ਪਰਾਈ ਇਸਤਰੀ। ਇੱਕ ਉਹ ਇਸਤਰੀ ਵੀ ਹੈ ਜਿਸ ਦੇ ਨਾਲ ਸਾਡਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ 4 ਲਾਵਾਂ ਪੜ੍ਹ ਕੇ ਆਨੰਦ ਕਾਰਜ ਸੰਪੰਨ ਹੋਇਆ ਹੈ। ਉਹ ਜਿਹੜੀ ਇਸਤਰੀ ਹੈ, ਉਹ ਸਾਡੀ ਆਪਣੀ ਧਰਮ ਪਤਨੀ ਬਣ ਜਾਂਦੀ। ਇੱਥੇ ਉਹਦੀ ਗੱਲ ਨਹੀਂ ਹੋ ਰਹੀ। ਪਰਦਾਰਾ, ਪਰਾਈ ਇਸਤਰੀ ਬਾਰੇ ਗੱਲ ਹੋ ਰਹੀ ਹੈ। ਜਿਹੜੀ ਆਪਣੀ ਇਸਤਰੀ ਹੈ, ਉਹਦੇ ਬਾਰੇ ਤਾਂ ਰਹਿਤਨਾਮੇ ਵਿੱਚ ਬਚਨ ਆਏ ਨੇ, ਪਰ बेटी को बेटी जानना, पर स्त्री को मात बखाना। अपनी स्त्री सो रत होई, रहतवान सिंह है सोई। अपनी स्त्री सो रत होई, अपनी धर्म पत्नी नाल ते प्यार होना चाहिए, पराई नाल नहीं। हुण कलगीधर पातशाह खुद भी सानू ये सिक्ख्या देंदे ने, सुध जपते हम तरी बचन गुर दये हमारे, पूत है प्रण तोय प्राण जब लग कट थारे,
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬੜਾਈਓ। ਨਿਜ ਨਾਰੀ ਕੇ ਸਾਥ, ਇਹ ਵਿਆਹੁਤਾ ਇਸਤਰੀ ਦੀ ਗੱਲ ਹੈ, ਜੀਵਨ ਸਾਥੀ ਦੀ ਗੱਲ ਹੈ, ਜਿਹਦੇ ਨਾਲ ਆਨੰਦ ਕਾਰਜ ਹੋਏ ਨੇ। ਆਨੰਦ ਕਾਰਜ ਤੋਂ ਪਹਿਲਾਂ ਨਾ ਕੋਈ ਪਤੀ ਬਣਦਾ, ਨਾ ਹੀ ਕੋਈ ਇਸਤਰੀ ਪਤਨੀ ਬਣ ਸਕਦੀ। ਆਨੰਦ ਕਾਰਜ ਦੀ ਰਸਮ ਜ਼ਰੂਰੀ ਸਮਝੀ ਗਈ ਹੈ। ਹਜ਼ੂਰ ਕਹਿੰਦੇ ਨੇ, ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬੜਾਈਓ, ਹੋ ਪਰ ਨਾਰੀ ਕੀ ਸੇਜ ਓਲ ਸੁਪਨੇ ਹੋਣਾ ਜਾਈਓ। ਗੁਰਸਿੱਖ ਦਾ ਜੀਵਨ ਇੰਨਾ ਪਾਕ ਪਵਿੱਤਰ ਹੋਣਾ ਚਾਹੀਦਾ ਹੈ, ਆਪਣੀ ਧਰਮ ਪਤਨੀ ਤੋਂ ਬਗੈਰ ਕਦੇ ਸੁਪਨੇ ਵਿੱਚ ਵੀ ਇਹ ਖਿਆਲ ਨਹੀਂ ਹੋਣਾ ਚਾਹੀਦਾ ਪਰਦਾਰਾ ਪਰਾਈ ਇਸਤਰੀ ਦਾ। ਇੰਨਾ ਉੱਚਾ ਸੁੱਚਾ ਅਖਲਾਕ ਹੋਣਾ ਚਾਹੀਦਾ। ਗਰੀਬ ਨਿਵਾਜ ਸਤਿਗੁਰੂ ਜੀ ਇੱਥੇ ਕਹਿੰਦੇ ਨੇ, ਭਾਈ ਜੇ ਪਰਮੇਸ਼ਰ ਨੂੰ ਮਿਲਣਾ ਏਕਾ ਨਾਰੀ ਜਤੀ ਹੋਣਾ ਪੈਣਾ। ਪੂਰਨ ਜਤੀ ਜਾਂ ਬ੍ਰਹਮਚਾਰੀ ਨਹੀਂ, ਏਕਾ ਨਾਰੀ ਜਤੀ ਹੋਣ ਦਾ ਗੁਰਮਤਿ ਦਾ ਸਿਧਾਂਤ ਹੈ। ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣਾ। ਇਹਨਾਂ ਅਸੂਲਾਂ ਦੀ ਪਾਲਣਾ ਕਰਨੀ ਹੈ। ਪਰਦਾਰਾ ਪਰਾਈ ਇਸਤਰੀ ਦਾ ਤਿਆਗ ਕਰਨਾ। ਦੂਸਰੇ ਨੰਬਰ 'ਤੇ ਪਰ ਧਨ, ਪਰਾਏ ਧਨ ਦੀ ਕਦੇ ਇੱਛਾ ਨਹੀਂ ਕਰਨੀ। ਹੁਣ ਸਾਡਾ ਇੱਕ ਇਹ ਵੀ ਸੁਭਾਵ ਹੈ, ਜਦੋਂ ਅਸੀਂ ਦੂਸਰੇ ਕੋਲੇ ਦੇਖਦੇ ਹਾਂ ਵੀ ਇਹਦੇ ਕੋਲੇ ਬਹੁਤਾ ਧਨ ਹੈ, ਬਹੁਤੀ ਮਾਇਆ ਹੈ, ਬਹੁਤੀ ਦੌਲਤ ਹੈ, ਸਾਡੇ ਅੰਦਰ ਈਰਖਾ ਪੈਦਾ ਹੋ ਜਾਂਦੀ। ਫਿਰ ਅਸੀਂ ਉਸ ਨੂੰ ਖੋਹਣ ਦਾ ਵੀ ਯਤਨ ਕਰਦੇ ਹਾਂ। ਕਈ ਆਦਮੀ ਚੋਰੀਆਂ ਕਰਦੇ ਨੇ, ਡਾਕੇ ਮਾਰਦੇ ਨੇ, ਧਾੜੇ ਮਾਰਦੇ ਨੇ, ਠੱਗੀਆਂ ਮਾਰਦੇ ਨੇ। ਪਰਾਏ ਧਨ ਨੂੰ ਚੁਰਾਉਣ ਵਾਸਤੇ ਆਦਮੀ ਬਹੁਤ ਕੁਝ ਕਰਦਾ। ਪਰ ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਜੇ ਤੁਸੀਂ ਪਰਮੇਸ਼ਰ ਨੂੰ ਮਿਲਣਾ ਹੈ, ਪਰਾਈ ਇਸਤਰੀ ਦਾ ਖਿਆਲ ਛੱਡਣਾ ਪਵੇਗਾ। ਪਰਾਏ ਧਨ ਦੀ ਪ੍ਰਾਪਤੀ ਦਾ ਲੋਭ ਇਹ ਵੀ ਛੱਡਣਾ ਪਵੇਗਾ। ਅਤੇ ਪਰ ਲੋਭਾ ਜਿਹੜੇ ਹੋਰ ਪਦਾਰਥ ਨੇ ਪਰਾਏ, ਉਹਨਾਂ ਦਾ ਵੀ ਲੋਭ ਛੱਡਣਾ ਪਵੇਗਾ। ਹੋਰ ਕੀ ਛੱਡਣਾ ਪੈਣਾ? ਹਉਮੈ ਵਿਖੈ ਵਿਕਾਰ। ਜਿਹੜੀ ਹਉਮੈ, ਜਿਸ ਨੂੰ ਦੀਰਘ ਰੋਗ ਬਾਣੀ ਵਿੱਚ ਲਿਖਿਆ ਹੋਇਆ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਇਹ ਹਉਮੈ ਦੇ ਰੋਗ ਨੂੰ ਵੀ ਛੱਡਣਾ ਪਵੇਗਾ। ਇਸ ਹਉਮੈ ਨੂੰ ਜ਼ਹਿਰ ਵੀ ਲਿਖਿਆ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਇਹ ਹਉਮੈ ਦੀ ਜ਼ਹਿਰ, ਇਹ ਬੜੀ ਖਤਰਨਾਕ ਹੈ। ਇਹ ਇੱਕ ਬਲੱਡ ਕੈਂਸਰ ਵਰਗੀ ਬਿਮਾਰੀ ਹੈ, ਇਹਨੂੰ ਵੀ ਛੱਡਣਾ ਪੈਣਾ। ਵਿਖੇ ਤੋਂ ਭਾਵ ਹੈ ਜਿਹੜੇ 5 ਵਿਸ਼ੇ ਨੇ, ਸ਼ਬਦ, ਸਪਰਸ, ਰੂਪ, ਰਸ, ਗੰਧ, ਇਹਨਾਂ ਨੂੰ ਵਿਸ਼ੇ ਕਿਹਾ ਹੈ। ਸ਼ਬਦ, ਗੀਤ ਸੰਗੀਤ ਦਾ ਕਈਆਂ ਨੂੰ ਸੁਣਨ ਦਾ ਸ਼ੌਕ ਹੁੰਦਾ। ਗੀਤ ਸੰਗੀਤ, ਗੁਰਬਾਣੀ ਸੁਣਨਾ ਹੋਰ ਗੱਲ ਹੈ। ਕਈ ਲੋਕ ਗੀਤ ਸੰਗੀਤ ਸੁਣਦੇ ਨੇ। ਸਪਰਸ ਅਤੇ ਫਿਰ ਕੋਮਲ ਸਪਰਸ ਦੀ ਵੀ ਇੱਛਾ ਰੱਖਦੇ ਨੇ। ਸੁੰਦਰ ਰੂਪ ਨੂੰ ਦੇਖ ਕੇ ਖੁਸ਼ ਹੋ ਜਾਂਦੇ ਨੇ। ਜ਼ੁਬਾਨ ਦੇ ਰਸਾਂ ਨੂੰ ਲੈਣ ਦਾ ਯਤਨ ਕਰਦੇ ਨੇ। ਅਤੇ ਫਿਰ ਕਈ ਤਰ੍ਹਾਂ ਦੇ ਜਿਹੜੇ ਅਤਰ ਫਲੇਲ ਨੇ, ਉਹਨਾਂ ਨੂੰ ਵੀ ਲੈਣ ਦਾ ਯਤਨ ਕਰਦੇ ਨੇ। ਇਹ ਵਿਸ਼ੇ ਨੇ ਸ਼ਬਦ, ਸਪਰਸ, ਰੂਪ, ਰਸ, ਗੰਧ। ਇਹਨਾਂ ਨੂੰ ਵੀ ਤਿਆਗਣਾ ਪੈਣਾ। ਅਤੇ ਵਿਕਾਰ, 5 ਜਿਹੜੇ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ, ਇਹ ਵੀ ਛੱਡਣੇ ਪੈਣਗੇ। ਅਤੇ ਕਲਗੀਧਰ ਪਾਤਸ਼ਾਹ ਵੀ ਸਾਨੂੰ ਇਹੀ ਗੱਲ ਆਖਦੇ ਨੇ, ਕਾਮ, ਕ੍ਰੋਧ, ਹੰਕਾਰ, ਲੋਭ ਹਟ, ਮੋਹ ਨਾ ਮਨ ਸਿਉ ਲਿਆਵੈ, ਤਬ ਹੀ ਆਤਮ ਤਤ ਕੋ ਦਰਸੈ, ਪਰਮ ਪੁਰਖ ਕਹਿ ਪਾਵੇ। ਜੇ ਪਰਮੇਸ਼ਰ ਨੂੰ ਮਿਲਣਾ, ਇਹਨਾਂ ਵਿਕਾਰਾਂ ਨੂੰ, ਇਹਨਾਂ ਐਬਾਂ ਨੂੰ, ਇਹਨਾਂ ਵੈਬਤਾਂ ਨੂੰ ਛੱਡਣਾ ਹੀ ਪੈਣਾ। ਹੋਰ ਕੀ ਛੱਡਣਾ ਪਏਗਾ?
ਦੁਸ਼ਟ ਭਾਉ ਤਜ ਨਿੰਦ ਪਰਾਈ, ਕਾਮ ਕ੍ਰੋਧ ਚੰਡਾਰ। ਦੁਸ਼ਟ ਭਾਉ, ਦੁਸ਼ਟਾਈ ਵਾਲਾ ਸੁਭਾਅ ਵੀ ਛੱਡਣਾ ਪਵੇਗਾ। ਦੁਸ਼ਟਾਈ ਵਾਲਾ ਸੁਭਾਅ ਉਸ ਨੂੰ ਕਹਿੰਦੇ ਨੇ ਬਿਨਾਂ ਕਾਰਨ ਕਿਸੇ ਦੇ ਨਾਲ ਵੈਰ ਕਰਨਾ, ਖਾਰ ਖਾਣੀ, ਕਿਸੇ ਦਾ ਬੁਰਾ ਚਿਤਵਣਾ, ਇਹ ਦੁਸ਼ਟਤਾ ਵਾਲਾ ਸੁਭਾਅ ਹੈ। ਇਹ ਵੀ ਛੱਡਣਾ ਪੈਣਾ। ਅਤੇ ਨਾਲ ਹੀ ਤਜ ਨਿੰਦ ਪਰਾਈ, ਪਰਾਈ ਨਿੰਦਿਆ ਵੀ ਇਹ ਵੀ ਛੱਡਣੀ ਪਵੇਗੀ। ਕਿਉਂ? ਸਤਿਗੁਰੂ ਦਾ ਸਾਨੂੰ ਇਹ ਬਚਨ ਹੈ, ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ, ਮੋਹ ਕਾਲੇ ਤਿਨਾ ਨਿੰਦਕਾਂ, ਨਰਕੇ ਕੋਰ ਪਵਾ। ਸਾਡੀ ਇਹ ਵੀ ਇੱਕ ਆਦਤ ਬਣੀ ਹੋਈ ਹੈ, ਅਸੀਂ ਆਪਣੀ ਉਸਤਤ ਅਤੇ ਦੂਜੇ ਦੀ ਨਿੰਦਿਆ ਸੁਣ ਕੇ ਬੜੇ ਖੁਸ਼ ਹੁੰਦੇ। ਇਹ ਸੁਭਾਅ ਬਣਿਆ ਹੋਇਆ। ਪਰ ਸਤਿਗੁਰੂ ਕਹਿੰਦੇ ਨੇ ਇਹ ਦੁਸ਼ਟਾਈ ਵਾਲਾ ਸੁਭਾਅ ਵੀ ਛੱਡਣਾ ਪੈਣਾ ਅਤੇ ਪਰਾਈ ਨਿੰਦਿਆ ਵੀ ਛੱਡਣੀ ਪੈਣੀ। ਅਤੇ ਇਹਦੇ ਨਾਲ ਨਾਲ ਹੋਰ ਕੀ ਛੱਡਣਾ? ਕਾਮ ਕ੍ਰੋਧ ਚੰਡਾ। ਇਹ ਜਿਹੜਾ ਕਾਮ ਹੈ, ਸੈਕਸ ਦੀ ਇੱਛਾ ਹੋਣੀ, ਇਹ ਵੀ ਤਿਆਗਣਾ ਪਵੇਗਾ। ਅਤੇ ਜਿਹੜਾ ਕ੍ਰੋਧ ਹੈ ਇਹ ਚੰਡਾਲ ਹੈ, ਇਹ ਕ੍ਰੋਧ ਰੂਪੀ ਚੰਡਾਲ ਨੂੰ ਵੀ ਛੱਡਣਾ ਪਵੇਗਾ। ਗੁਰਬਾਣੀ ਵਿੱਚ ਕ੍ਰੋਧ ਨੂੰ ਚੰਡਾਲ ਦੇ ਨਾਲ ਤਸ਼ਬੀਹ ਦਿੱਤੀ। ਚੰਡਾਲ ਦਾ ਅਰਥ ਹੁੰਦਾ ਚੰਡਾਲ, ਚੂੜਾ। ਇਹ ਕ੍ਰੋਧ ਨੂੰ ਚੰਡਾਲ ਬਾਣੀ ਵਿੱਚ ਲਿਖਿਆ। ਵੈਸੇ ਕ੍ਰੋਧ ਸਰੀਰ ਚੰਡਾਰਾ, ਇਹ ਸਾਡੇ ਸਰੀਰ ਵਿੱਚ ਕ੍ਰੋਧ ਰੂਪੀ ਚੰਡਾਲ ਵਸਦਾ, ਇਹਨੂੰ ਵੀ ਛੱਡਣਾ ਪਵੇਗਾ। ਇੱਕ ਮਹਾਂਪੁਰਖ ਉਦਾਹਰਣ ਦਿੰਦੇ ਸਨ। ਕੋਈ ਪੰਡਤ ਸੀ, ਉਹ ਰਾਜ ਦਰਬਾਰ ਦੇ ਵਿੱਚ ਕਥਾ ਕਰਿਆ ਕਰਦਾ। ਇੱਕ ਦਿਨ ਰਾਜੇ ਨੇ ਕੋਈ ਉਸ ਨੂੰ ਐਸੀ ਗੱਲ ਕਹਿ ਦਿੱਤੀ, ਉਹਦੇ ਮਨ ਦੇ ਵਿੱਚ ਗੁੱਸਾ ਆ ਗਿਆ। ਉਹ ਨਾਰਾਜ਼ ਹੋ ਕੇ ਆਪਣੇ ਘਰ ਚਲਿਆ ਗਿਆ। ਸੀ ਪੰਡਤ, ਸੀ ਰਾਜ ਪੁਰੋਹਿਤ। ਹੁਣ ਉਹ ਜਦੋਂ ਨਾਰਾਜ਼ ਹੋ ਕੇ ਆਪਣੇ ਘਰ ਚਲਿਆ ਗਿਆ, ਰਾਜੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਬਈ ਇਹ ਗੱਲ ਮੈਨੂੰ ਨਹੀਂ ਸੀ ਕਹਿਣੀ ਚਾਹੀਦੀ। ਪਰ ਹੁਣ ਜਿਹੜੀ ਗੱਲ ਕਹੀ ਗਈ, ਹੁਣ ਉਹ ਤਾਂ ਮੁੜ ਨਹੀਂ ਸੀ ਸਕਦੀ। ਹੁਣ ਰਾਜੇ ਨੇ ਆਪਣੇ ਜਿਹੜੇ ਅਹਿਲਕਾਰ ਸਨ ਉਹਨਾਂ ਨੂੰ ਬੁਲਾਇਆ। ਕਹਿਣ ਲੱਗਾ, ਤੁਸੀਂ ਜਾਓ, ਰਾਜ ਪੰਡਤ ਨੂੰ, ਰਾਜ ਪੁਰੋਹਿਤ ਨੂੰ ਬੁਲਾ ਕੇ ਲਿਆ। ਹੁਣ ਉਹ ਅਹਿਲਕਾਰ ਰਾਜ ਪੁਰੋਹਿਤ ਦੇ ਘਰ ਜਾਂਦੇ ਨੇ, ਪਰ ਉਹਦੇ ਮਨ ਦੇ ਵਿੱਚ ਗੁੱਸਾ ਹੈ। ਉਹ ਕਹਿੰਦਾ ਮੈਂ ਨਹੀਂ ਜਾਣਾ। ਜਦੋਂ ਸਾਰੇ ਵਾਰੋ ਵਾਰੀ ਜ਼ੋਰ ਲਾ ਹਟੇ, ਰਾਜੇ ਦੀ ਸਭਾ ਦੇ ਵਿੱਚ ਇੱਕ ਜਮਾਦਾਰ, ਜਿਹਨੂੰ ਭੰਗੀ ਆਪਾਂ ਕਹਿ ਦਿੰਦੇ ਹਾਂ, ਸਫਾਈ ਕਰਨ ਵਾਲਾ, ਉਹ ਬੈਠਾ ਸੀ। ਉਹ ਕਹਿਣ ਲੱਗਾ, ਰਾਜਨ ਮੈਨੂੰ ਹੁਕਮ ਕਰੋ, ਮੈਂ ਰਾਜ ਪੰਡਤ ਨੂੰ ਲੈ ਕੇ ਆਉਣਾ। ਰਾਜਾ ਵੀ ਹੱਸ ਪਿਆ, ਅਹਿਲਕਾਰ ਵੀ ਹੱਸ ਪਏ। ਕਹਿੰਦੇ ਤੇਰਾ ਤੇ ਉਹਨੇ ਪਰਛਾਵਾਂ ਵੀ ਨਹੀਂ ਲੈਣਾ, ਉਹ ਪੰਡਤ ਹੈ, ਉੱਚੀ ਜਾਤੀ ਦਾ, ਤੂੰ ਚੰਡਾਲ ਹੈ, ਤੂੰ ਉਹਨੂੰ ਕਿਵੇਂ ਲਿਆ ਸਕਦਾ ਹੈ? ਕਹਿੰਦਾ ਨਹੀਂ, ਮੈਂ ਲਿਆ ਸਕਦਾ। ਕਹਿੰਦੇ ਚੰਗਾ, ਫਿਰ ਜਾ ਲੈ ਕੇ ਆ। ਹੁਣ ਉਹ ਜਿਹੜਾ ਜਮਾਦਾਰ ਸੀ, ਉਹ ਉਸ ਪੰਡਤ ਦੇ ਘਰ ਗਿਆ, ਜਾ ਕੇ ਦਸਤਕ ਦਿੱਤੀ। ਕਹਿਣ ਲੱਗਾ, ਪੰਡਤ ਜੀ ਦਰਵਾਜ਼ਾ ਖੋਲ੍ਹੋ। ਉਹ ਕਹਿੰਦਾ ਤੂੰ ਹੈ ਕੌਣ? ਕਹਿੰਦਾ ਮੈਂ ਚੰਡਾਲ ਹਾਂ। ਕਹਿੰਦਾ ਤੂੰ ਫਿਰ ਮੇਰੇ ਘਰ ਪੈਰ ਨਹੀਂ ਰੱਖ ਸਕਦਾ, ਮੈਂ ਨਹੀਂ ਦਰਵਾਜ਼ਾ ਖੋਲ੍ਹਣਾ। ਉਹ ਕਹਿੰਦਾ ਮੈਂ ਤਾਂ ਆਪਣੇ ਭਰਾ ਨੂੰ ਮਿਲਣ ਵਾਸਤੇ ਆਇਆ, ਤੁਹਾਨੂੰ ਨਹੀਂ। ਪੰਡਤ ਹੈਰਾਨ ਹੋਇਆ, ਕਹਿੰਦਾ ਵੀ ਤੇਰਾ ਭਰਾ ਇੱਥੇ ਮੇਰੇ ਘਰ ਕਿਵੇਂ ਆ ਸਕਦਾ? ਕਹਿੰਦਾ ਆਇਆ ਹੋਇਆ, ਆ ਨਹੀਂ ਸਕਦਾ, ਆਇਆ ਹੋਇਆ। ਪੰਡਤ ਹੈਰਾਨ ਹੋ ਕੇ ਸੋਚਣ ਲੱਗਿਆ ਵੀ ਕੀ ਗੱਲਾਂ ਕਰ ਰਿਹਾ। ਫਿਰ ਉਹ ਕਹਿੰਦਾ ਮੈਨੂੰ ਦੱਸ ਤੇਰੇ ਭਰਾ ਦਾ ਨਾਂ ਕੀ ਹੈ? ਕਹਿੰਦਾ ਉਹਦਾ ਨਾਮ ਹੈ ਚੰਡਾਲ, ਅਤੇ ਦੂਸਰਾ ਉਹਦਾ ਨਾਮ ਹੈ ਕ੍ਰੋਧ। ਤੁਸੀਂ ਆਪ ਵੀ ਕਥਾ 'ਚ ਕਹਿੰਦੇ ਹੁੰਦੇ ਆ ਵੀ ਕ੍ਰੋਧ ਚੰਡਾਲ ਹੁੰਦਾ। ਹੁਣ ਇਹ ਕ੍ਰੋਧ ਰੂਪੀ ਚੰਡਾਲ ਤੁਹਾਡੇ ਘਰ, ਤੁਹਾਡੇ ਅੰਦਰ ਵੜਿਆ ਫਿਰਦਾ।
ਤੁਸੀਂ ਇਹਨੂੰ ਬਾਹਰ ਕੱਢੋ। ਪੰਡਤ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਵੀ ਵਾਕਿਆ ਇਹਨੇ ਗੱਲ ਸਹੀ ਕੀਤੀ ਹੈ। ਕਾਮ ਕ੍ਰੋਧ ਚੰਡਾਲ, ਕ੍ਰੋਧ ਚੰਡਾਲ ਹੈ। ਇਹ ਸਾਰੇ ਧਰਮ ਗ੍ਰੰਥ ਵੀ ਕਹਿੰਦੇ ਨੇ, ਧਾਰਮਿਕ ਆਗੂ ਵੀ ਕਹਿੰਦੇ ਨੇ। ਉਸੇ ਵੇਲੇ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਕੰਨ ਢਿੱਲੇ ਜਿਹੇ ਕਰਕੇ ਅੱਗੇ ਅੱਗੇ ਤੁਰ ਪਿਆ। ਅਤੇ ਉਸ ਵੇਲੇ ਉਹ ਜਿਹੜਾ ਜਮਾਦਾਰ ਸੀ, ਭੰਗੀ ਸੀ, ਚੰਡਾਲ ਸੀ, ਉਹ ਰਾਜੇ ਦੀ ਸਭਾ ਵਿੱਚ ਜਦੋਂ ਪੰਡਤ ਨੂੰ ਲੈ ਕੇ ਆਇਆ ਤਾਂ ਰਾਜਾ ਬੜਾ ਖੁਸ਼ ਹੋਇਆ। ਉਹਨੇ ਫਿਰ ਉਹਨੂੰ ਇਨਾਮ ਦਿੱਤਾ, ਕਹਿੰਦਾ ਤੁਹਾਡੇ ਸਾਰਿਆਂ ਨਾਲੋਂ ਇਹ ਬੰਦਾ ਸਿਆਣਾ ਨਿਕਲਿਆ। ਬਾਦਲੀਲ ਉਸ ਰਾਜ ਪੁਰੋਹਿਤ ਨੂੰ ਪ੍ਰਭਾਵਿਤ ਕਰਕੇ, ਮੁਤਾਸਰ ਕਰਕੇ ਉਹਨੂੰ ਮੇਰੇ ਪਾਸ ਲੈ ਕੇ ਆਇਆ। ਇਸ ਲਈ ਕ੍ਰੋਧ ਚੰਡਾਲ ਹੈ, ਇਹਨੂੰ ਵੀ ਛੱਡਣਾ ਚਾਹੀਦਾ। ਮਹਿਲ ਮੈਂ ਬੈਠੇ ਅਗਮ ਅਪਾਰ, ਪੀਤਰ ਅੰਮ੍ਰਿਤ ਸੋਈ ਜਨ ਪਾਵੈ, ਜਿਸ ਗੁਰ ਕਾ ਸ਼ਬਦ ਰਤਨ ਆਚਾਰ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਸਾਡੇ ਹਿਰਦੇ ਰੂਪੀ ਮਹਿਲ ਦੇ ਵਿੱਚ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ। ਉਹ ਅਗਮ ਅਪਾਰ ਵਾਹਿਗੁਰੂ ਜੀ ਬੈਠੇ ਨੇ। ਉਹ ਵਾਹਿਗੁਰੂ ਸਾਥੋਂ ਦੂਰ ਨਹੀਂ, ਸਾਰੀ ਦੁਨੀਆ ਨੂੰ ਬਾਹਰ ਪਾਲਦੀ ਫਿਰਦੀ ਹੈ। ਬਾਬਾ ਫਰੀਦ ਜੀ ਨੂੰ ਪੁੱਛਿਆ, ਬਾਬਾ ਜੀ ਤੁਸੀਂ ਦੱਸੋ ਤੁਹਾਨੂੰ ਰੱਬ ਕਿੱਥੋਂ ਮਿਲਿਆ? ਤਾਂ ਉਹਨਾਂ ਨੇ ਡਾਂਕੇ ਦੀ ਚੋਟ ਨਾਲ ਇਹ ਗੱਲ ਕਹਿ ਦਿੱਤੀ, ਫਰੀਦਾ ਜੰਗਲ ਜੰਗਲ ਕਿਆ ਭਵਹਿ ਵਣ ਕੰਡਾ ਮੋੜੇ, ਵਸੀ ਰੱਬ ਇਹ ਆਲੀਆ ਜੰਗਲ ਕਿਆ ਟੁੰਡੇ। ਉਹ ਭਲਿਓ ਲੋਕੋ, ਜੰਗਲ ਵਿੱਚ ਕੀ ਭਾਲਦੇ ਫਿਰਦੇ ਹੋ? ਐਵੇਂ ਝਾੜੀਆਂ ਦੇ ਕੰਡੇ ਮਿੱਧਦੇ ਫਿਰਦੇ ਹੋ, ਉੱਥੋਂ ਤੁਹਾਨੂੰ ਕਦੀ ਰੱਬ ਨਹੀਂ ਮਿਲ ਸਕਦਾ। ਉਹ ਰੱਬ ਤਾਂ ਤੁਹਾਡੇ ਅੰਦਰ ਬੈਠਾ। ਮਹਿਲ ਮੈਂ ਬੈਠੀ ਅਗਮਾ ਪਾਰ। ਤੁਸੀਂ ਆਪਣੇ ਅੰਦਰ ਦੀ ਭਾਲ ਕਰੋ, ਆਪਣੇ ਅੰਦਰ ਵੇਖੋ ਤੁਹਾਡੇ ਅੰਦਰ ਕੌਣ ਬੈਠਾ ਹੈ। ਉਸ ਵਾਹਿਗੁਰੂ ਨੂੰ ਬਾਹਰੋਂ ਨਹੀਂ ਕਿਸੇ ਨੇ ਹੁਣ ਤੱਕ ਪ੍ਰਾਪਤ ਕੀਤਾ। ਜਿਹਨੇ ਵੀ ਪ੍ਰਾਪਤ ਕੀਤਾ ਹੈ ਅੰਦਰੋਂ ਹੀ ਪ੍ਰਾਪਤ ਕੀਤਾ ਹੈ। ਪਰ ਮਿਲਦਾ ਕਿਵੇਂ ਹੈ? ਪੀਤਰ ਅੰਮ੍ਰਿਤ, ਉਹ ਅੰਮ੍ਰਿਤ ਰੂਪ ਵਾਹਿਗੁਰੂ ਪਰਮੇਸ਼ਰ ਸਾਡੇ ਅੰਦਰ ਬੈਠਾ ਹੈ। ਉਹਨੂੰ ਪ੍ਰਾਪਤ ਉਹੀ ਕਰ ਸਕਦਾ ਹੈ ਜਿਸ ਗੁਰ ਕਾ ਸ਼ਬਦ ਰਤਨ ਆਚਾਰ, ਜਿਸ ਦਾ ਆਚਾਰ ਆਚਰਣ, ਜਿਸ ਦਾ ਜੀਵਨ ਗੁਰੂ ਕੇ ਸ਼ਬਦ ਰੂਪੀ ਰਤਨ ਦੇ ਵਿੱਚ ਟਲ ਗਿਆ ਹੋਵੇ। ਭਾਵ ਜਿਸ ਨੇ ਗੁਰੂ ਸ਼ਬਦ ਦੇ ਨਾਲ ਆਪਣੇ ਜੀਵਨ ਦਾ ਸਿੱਕਾ ਘੜ ਲਿਆ ਹੋਵੇ, ਉਸ ਨੂੰ ਪਰਮੇਸ਼ਰ ਮਿਲ ਸਕਦਾ, ਦੂਜੇ ਨੂੰ ਨਹੀਂ। ਰਹਾਓ ਹੁਣ ਵਿਸਰਾਮ ਦੇ ਕੇ ਗਰੀਬਨ ਨਿਵਾਜ ਸਤਿਗੁਰੂ ਜੀ ਅੱਗੇ ਫਰਮਾਉਂਦੇ ਨੇ ਵੀ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਹੋਰ ਕੀ ਕਰਨਾ ਪਵੇਗਾ? ਇੱਕ ਤਾਂ ਉਹ ਵਿਕਾਰ ਛੱਡਣੇ ਪੈਣੇ ਨੇ ਜਿਨ੍ਹਾਂ ਦੇ ਬਾਰੇ ਪਹਿਲਾਂ ਜ਼ਿਕਰ ਕੀਤਾ ਹੈ। ਹੋਰ ਕੀ ਕਰਨਾ ਪਵੇਗਾ? ਦੁੱਖ ਸੁੱਖ ਦੋ ਸਮ ਕਰ ਜਾਣੈ, ਬੁਰਾ ਭਲਾ ਸੰਸਾਰ। ਫਿਰ ਦੁੱਖ ਤੇ ਸੁੱਖ ਦੋਹਾਂ ਨੂੰ ਇੱਕ ਸਮਾਨ ਕਰਕੇ ਜਾਣਨਾ ਪਏਗਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੂ ਵਾਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹ ਵੀ ਜੀਵਨ ਮੁਕਤਾਂ ਦੀ ਅਵਸਥਾ ਹੁੰਦੀ ਹੈ। ਦੁੱਖ ਮਿਲੇ ਤਾਂ ਵੀ, ਸੁੱਖ ਮਿਲੇ ਤਾਂ ਵੀ ਉਹ ਵਾਹਿਗੁਰੂ ਦੇ ਭਾਣੇ ਵਿੱਚ ਹੀ ਪ੍ਰਸੰਨ ਰਹਿੰਦੇ ਨੇ। ਉਹ ਦੁੱਖ ਨੂੰ ਦੁੱਖ ਮੰਨਦੇ ਹੀ ਨਹੀਂ, ਕਹਿੰਦੇ ਵਾਹਿਗੁਰੂ ਦਾ ਭਾਣਾ ਹੈ। ਇਹ ਗੁਰਮੁਖਾਂ ਦੀ ਅਵਸਥਾ ਹੈ। ਉਹ ਦੁੱਖ ਤੇ ਸੁੱਖ ਨੂੰ ਇੱਕ ਸਮਾਨ ਕਰਕੇ ਜਾਣਦੇ ਨੇ। ਸ਼ਾਮ ਨੂੰ ਇਤਿਹਾਸ ਦੀ ਕਥਾ ਚੱਲਦੀ ਹੈ। 9ਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਚਾਂਦਨੀ ਚੌਂਕ ਦੇ ਨੇੜੇ ਕੋਤਵਾਲੀ ਵਿੱਚ ਬੰਦ ਨੇ। ਭਾਈ ਮਤੀ ਦਾਸ ਦੀਵਾਨ ਜੀ ਨੂੰ ਆਰੇ ਨਾਲ ਚੀਰਿਆ ਜਾਂਦਾ। ਉਹ ਜਪਜੀ ਸਾਹਿਬ ਦਾ ਪਾਠ ਕਰ ਰਹੇ ਨੇ। ਦੁੱਖ ਤੇ ਸੁੱਖ ਨੂੰ ਸਮਾਨ ਕਰਕੇ ਜਾਣਦੇ ਨੇ। ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਨਾਲ ਸਾੜਿਆ ਗਿਆ। ਉਹ ਵੀ ਉਸ ਵੇਲੇ ਸਤਿਗੁਰੂ ਦੀ ਪਵਿੱਤਰ ਬਾਣੀ ਦਾ ਉਚਾਰਨ ਕਰ ਰਹੇ ਨੇ। ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਜਾਂਦਾ ਹੈ। ਉਹ ਵੀ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੇ ਨੇ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਲ ਦੁੱਖ ਸੁੱਖ ਦੋ ਸਮ ਕਰ ਜਾਣੇ। ਉਹ ਦੁੱਖ ਤੇ ਸੁੱਖ ਦੋਹਾਂ ਨੂੰ ਸਮਾਨ ਕਰਕੇ ਜਾਣਦੇ ਨੇ। ਅਤੇ ਬੁਰਾ ਭਲਾ ਸੰਸਾਰ, ਸੰਸਾਰ ਚਾਹੇ ਬੁਰਾ ਕਰੇ ਅਤੇ ਚਾਹੇ ਭਲਾ ਕਰੇ। ਕੋਈ ਸਾਡੇ ਬਾਰੇ ਚੰਗਾ ਸੋਚੇ ਚਾਹੇ ਮਾੜਾ ਸੋਚੇ, ਕੋਈ ਚੰਗਾ ਵਿਹਾਰ ਕਰੇ ਕੋਈ ਬੁਰਾ ਵਿਵਹਾਰ ਕਰੇ,
ਉਹਨਾਂ ਨੂੰ ਵੀ ਬਰਾਬਰ ਸਮਝਣਾ ਪੈਣਾ। ਜੇ ਰੱਬ ਨੂੰ ਮਿਲਣਾ ਹੈ ਨਾ, ਆਹ ਸਾਰੇ ਗੁਣ ਸਾਨੂੰ ਧਾਰਨ ਕਰਨੇ ਪੈਣਗੇ। ਦੁੱਖ ਅਤੇ ਸੁੱਖ ਨੂੰ ਸਮਾਨ ਕਰਕੇ ਜਾਣਨਾ ਪਵੇਗਾ। ਬੁਰਾ ਭਲਾ ਸਲੂਕ ਉਹ ਵੀ ਸਾਨੂੰ ਬਰਦਾਸ਼ਤ ਕਰਨਾ ਪਵੇਗਾ। ਚਾਹੇ ਕੋਈ ਸਾਡੇ ਗਲ ਦੇ ਵਿੱਚ ਨੋਟਾਂ ਦੀ ਹਾਰ ਪਾਈ ਜਾਵੇ, ਫੁੱਲਾਂ ਦੀ ਸੇਜ 'ਤੇ ਬਿਠਾਈ ਜਾਵੇ, ਅਤੇ ਚਾਹੇ ਕੋਈ ਸਾਡਾ ਨਿਰਾਦਰ ਕਰੇ। ਜੋ ਬੁਰਾ ਭਲਾ ਸਲੂਕ ਸੰਸਾਰ ਵੱਲੋਂ ਹੁੰਦਾ ਹੈ, ਉਹਨੂੰ ਵੀ ਇੱਕ ਬਰਾਬਰ ਸਮਝਣਾ ਪਵੇਗਾ। ਸੁਧ ਬੁੱਧ ਸੁਰਤ ਨਾਮ ਹਰ ਪਾਈਐ, ਸਤ ਸੰਗਤ ਗੁਰ ਪਿਆਰ। ਫਿਰ ਵਾਹਿਗੁਰੂ ਦੇ ਨਾਮ ਦੇ ਨਾਲ ਬਿਰਤੀ ਨੂੰ ਜੋੜ ਕੇ ਸੁਧ ਬੁੱਧ, ਜਿਹੜੀ ਸ੍ਰੇਸ਼ਟ ਨਿਰਮਲ ਬੁੱਧੀ ਹੈ, ਸੁਧ ਤੋਂ ਭਾਵ ਨਿਰਮਲ, ਜਿਹੜੀ ਨਿਰਮਲ ਬੁੱਧੀ ਹੈ। ਸਾ ਮਤ ਦੇਹੁ ਦਇਆਲ ਪ੍ਰਭ ਜੇ ਤੁਮਹਿ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਧਾ। ਇਹ ਸੁਧ ਬੁੱਧ ਜਿਹੜੀ ਨਿਰਮਲ ਬੁੱਧੀ ਹੈ, ਆਤਮ ਵਿਸ਼ਾਣੀ ਬੁੱਧੀ ਵੀ ਉਸ ਨੂੰ ਆਖੀ ਹੈ। ਉਹ ਤੋਂ ਮਤ ਮੇਰੇ ਹਿਰਦਾ ਤੂੰ ਆਓ, ਤੇ ਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਮੋਇ ਲਾਗੈ ਨਾ। ਤੇ ਸੁਰਤ ਨਾਮ ਹਰ ਪਾਈਏ, ਨਾਮ ਦੇ ਨਾਲ ਸੁਰਤ ਜੋੜ ਕੇ ਸ਼ੁੱਧ ਬੁੱਧੀ ਨੂੰ, ਨਿਰਮਲ ਬੁੱਧੀ ਨੂੰ ਪ੍ਰਾਪਤ ਕੀਤਾ ਜਾ ਸਕਦਾ। ਪਰ ਇਹ ਸਾਰੀਆਂ ਦਾਤਾਂ ਕਿਵੇਂ ਮਿਲਦੀਆਂ ਨੇ, ਕਿੱਥੋਂ ਮਿਲਦੀਆਂ ਨੇ? ਤਾਂ ਹਜ਼ੂਰ ਕਹਿੰਦੇ ਨੇ ਸਤ ਸੰਗਤ ਗੁਰ ਪਿਆਰ। ਆਹ ਸਤ ਸੰਗਤ ਜਿੱਥੇ ਆਪਾਂ ਬੈਠੇ ਹਾਂ, ਜੈ ਸਤਿਗੁਰ ਤਹਿ ਸਤ ਸੰਗਤ ਬਣਾਈ, ਇੱਥੇ ਆਉਣਾ ਪੈਣਾ। ਸਤ ਸੰਗਤ ਵਿੱਚ ਆ ਕੇ ਗੁਰ ਪਿਆਰ, ਗੁਰੂ ਨਾਲ ਪਿਆਰ ਪਾਉਣਾ ਪਵੇਗਾ। ਸਤ ਸੰਗਤ ਵਿੱਚ ਬੈਠ ਕੇ ਜਦੋਂ ਗੁਰੂ ਨਾਲ ਪਿਆਰ ਕਰਾਂਗੇ, ਤੇ ਫਿਰ ਇਹ ਸਾਰੀਆਂ ਗੱਲਾਂ ਸਾਨੂੰ ਸਿੱਖੀ ਦੇ ਗੁਣ ਇਹ ਪ੍ਰਾਪਤ ਹੋ ਸਕਦੇ ਨੇ। ਅਹਨਿ ਸਲਾਹਾ ਹਰ ਨਾਮ ਪ੍ਰਾਪਤ, ਗੁਰ ਦਾਤਾ ਦੇਵਨਹਾਰ। ਜਿਹੜਾ ਮਨੁੱਖ ਸਤ ਸੰਗਤ ਵਿੱਚ ਆ ਜਾਂਦਾ ਹੈ, ਗੁਰੂ ਦੀ ਸੋਹਬਤ ਵਿੱਚ ਆ ਜਾਂਦਾ ਹੈ, ਗੁਰੂ ਦੀ ਚਰਨ ਸ਼ਰਨ ਵਿੱਚ ਆ ਜਾਂਦਾ ਹੈ, ਅਹਨਿ ਸਲਾਹਾ ਹਰ ਨਾਮ ਪ੍ਰਾਪਤ, ਉਹਨੂੰ ਦਿਨ ਰਾਤ ਵਾਹਿਗੁਰੂ ਦੇ ਨਾਮ ਦਾ ਲਾਹਾ ਵੀ ਪ੍ਰਾਪਤ ਹੋ ਜਾਂਦਾ ਹੈ। ਹਰ ਵੇਲੇ ਊਠਤ ਬੈਠਤ ਸੋਵਤ ਨਾ, ਕਹੋ ਨਾਨਕ ਜਨ ਕੈ ਸਦਕਾ। ਜੋ ਸਾਸ ਗ੍ਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ। ਆਉਂਦੇ ਜਾਂਦੇ ਸਵਾਸਾਂ ਦੇ ਨਾਲ ਵਾਹਿਗੁਰੂ 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 ਜਪਣਾ, ਇਹ ਦਿਨ ਰਾਤ ਉਹਨਾਂ ਨੂੰ ਨਾਮ ਦਾ ਲਾਹਾ ਪ੍ਰਾਪਤ ਹੁੰਦਾ ਹੈ। ਇਹ ਲਾਹਾ ਮਿਲਦਾ ਕਿੱਥੋਂ ਹੈ? ਗੁਰਦਾਤਾ ਦੇਵਨਹਾਰ। ਇਹ ਗੁਰੂ ਮਹਾਰਾਜ ਇਹ ਨਾਮ ਦਾ ਲਾਹਾ ਬਖਸ਼ਿਸ਼ ਕਰਨ ਵਾਲੇ ਨੇ, ਗੁਰੂ ਸਮਰੱਥ ਦਾਤੇ ਨੇ, ਅਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਨਾਮ ਦਾ ਲਾਹਾ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਗੁਰਮੁਖ ਸਿੱਖ ਸੇਈ ਜਨ ਪਾਏ, ਗੁਰਮੁਖ ਸਿੱਖ ਸੋਈ ਜਨ ਪਾਏ, ਜਿਸ ਨੂੰ ਨਦਰ ਕਰੇ ਕਰਤਾਰ। ਲਓ ਹਜ਼ੂਰ ਕਹਿੰਦੇ ਨੇ ਗੁਰਮੁਖ ਸਿੱਖ ਸੋਈ ਜਨ ਪਾਏ। ਉਹ ਸਿੱਖ ਗੁਰਮੁਖ ਤੋਂ ਪਾਵੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ। ਉਹੀ ਇਸ ਨਾਮ ਦੇ ਲਾਹੇ ਨੂੰ ਪ੍ਰਾਪਤ ਕਰਦੇ ਨੇ, ਜਿਸ ਨੂੰ ਨਦਰ ਕਰੇ ਕਰਤਾਰ। ਜਿਨ੍ਹਾਂ ਉੱਤੇ ਕਰਤਾਰ ਸਿਰਜਣਹਾਰ ਪਰਮ ਪਿਤਾ ਪ੍ਰਮਾਤਮਾ ਮਿਹਰ ਦੀ ਦ੍ਰਿਸ਼ਟੀ ਕਰ ਦਿੰਦਾ। ਉਹੀ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ, ਉਹੀ ਗੁਰੂ ਦੀ ਸਿੱਖੀ ਨੂੰ ਅਤੇ ਸਿੱਖਿਆ ਨੂੰ ਕਮਾਉਂਦੇ ਨੇ। ਗੁਰਮੁਖ ਸਿੱਖ ਸੋਈ ਜਨ ਪਾਏ। ਉਹ ਗੁਰਸਿੱਖ ਮਾਈ ਭਾਈ ਗੁਰੂ ਦੀ ਆਗਿਆ ਦੇ ਨਾਲ ਨਾਮ ਦਾ ਲਾਹਾ ਖੱਟਦੇ ਨੇ, ਜਿਨ੍ਹਾਂ 'ਤੇ ਵਾਹਿਗੁਰੂ ਪਰਮੇਸ਼ਰ ਮਿਹਰ ਦੀ ਦ੍ਰਿਸ਼ਟੀ ਕਰ ਦਿੰਦਾ। ਉਹਦੀ ਕਿਰਪਾ ਤੋਂ ਬਿਨਾਂ ਵੀ ਕੁਝ ਨਹੀਂ ਹੁੰਦਾ। ਕਾਇਆ ਮਹਿਲ ਮੰਦਰ ਘਰ ਹਰ ਕਾ, ਤਿਸ ਮੈਂ ਰਾਖੀ ਜੋ ਤੇ ਅਪਾਰ। ਹਜ਼ੂਰ ਕਹਿੰਦੇ ਵਾਹਿਗੁਰੂ ਦੇ ਮਹਿਲ ਨੂੰ ਬਾਹਰ ਨਾ ਪਾਲਦੇ ਫਿਰਿਓ। ਅੱਜ ਜਿਵੇਂ ਕਈ ਵਿਗਿਆਨੀ ਪੁਲਾੜ ਦੇ ਵਿੱਚ ਗ੍ਰਹਿ ਪਾਲਦੇ ਫਿਰਦੇ ਨੇ, ਇਉਂ ਨਹੀਂ ਵਾਹਿਗੁਰੂ ਦਾ ਘਰ ਲੱਭਣਾ। ਕਾਇਆ ਮਹਿਲ ਮੰਦਰ ਕਰ ਹਰ ਕਾ। ਹਜ਼ੂਰ ਕਹਿੰਦੇ ਆਹ ਜਿਹੜੀ ਕਾਇਆ ਤੋਂ ਭਾਵ ਹੈ ਦੇਹ, ਇਹ ਜਿਹੜਾ ਸਾਡਾ ਸਰੀਰ ਹੈ, ਇਹੀ ਮਹਿਲ ਹੈ, ਇਹੀ ਵਾਹਿਗੁਰੂ ਦਾ ਮੰਦਰ ਹੈ, ਇਹੀ ਘਰ ਹੈ। ਮਹਿਲ ਉਹ ਹੈ ਜਿੱਥੇ ਕੋਈ ਬਾਦਸ਼ਾਹ ਰਹਿੰਦਾ ਹੋਵੇ, ਮੰਦਰ ਉਹ ਹੈ ਜਿੱਥੇ ਪਰਿਵਾਰ ਰਹਿੰਦਾ ਹੋਵੇ, ਘਰ ਉਹ ਹੈ ਜਿੱਥੇ ਆਮ ਲੋਕੀ ਵਸਦੇ ਨੇ। ਪਰ ਵਾਹਿਗੁਰੂ ਦਾ ਮਹਿਲ ਵੀ, ਉਹਦਾ ਮੰਦਰ ਵੀ, ਉਹਦਾ ਘਰ ਵੀ
ਆ शरीर ही है, सारा कुछ ये ही है। सतगुरु की बाणी पढ़ो, हजूर कहते जो ब्रह्मंडे सोई पिंडे, जो खोजा सो पावे। जो कुछ असी बाहर पालते फिरते हैं वो साडे अंदर है। इत्थों तक सतगुरु कहते ने जिस रब नूं असी बाहर पालते फिरते वो भी साडे अंदर ही बैठे। तिसमें राखी जोत अपार, क्यों? उस अपार वाहिगुरु ने साडे शरीर विच ही अपनी जोत टका के रखी हुई है। उस वाहिगुरु की जोत सारियां दे विच ही विराजमान है। सतगुरु की बाणी पढ़ो, हजूर कहते ने सर्व जोत तेरी पसर रही, जह जह देखा तै नर हरि। जमीन जमान के विखै समस्त एक जोत है, न घाट है न बाढ़ है, न घाट बाढ़ होत है। सब में जोत जोत है सोई, तिसदा चानन सब में चानन हो। उस वाहिगुरु की जोत सारियां दे अंदर ही विराजमान है। कोई ऐसी जगह नहीं जिथे वाहिगुरु की जोत नहीं। तो वाहिगुरु आप भी तो जागत जोत ही है ना। जागत जोत जपै निसबासर, एक बिनामा नैक न आना। तो आप उस जागत जोत वाहिगुरु परमेश्वर के पुजारी हैं। खालसा अकाल का उपासक है। इसे लिए तो कलगीधर पातशाह ने आख्या सी, खालसा जी आ 3 बचन याद रखियो, पूजा अकाल दी, परचा शब्द का, दीदार खालसे का करना, होर पासे नहीं भटकना। नानक गुरमुख महल बुलाइए, हर मेले मेलन हार। अंतली पंक्ति विच गुरु नानक साहब फरमाउंदे हन, गुरमुख महल बुलाइए। गुरु की किरपा दे नाल वाहिगुरु के महल दे विचों सानू संदेशा आउंदा, बुलाया जाता। नानू गुरमुख महल बुलाइए। गुरु की किरपा के पात्र बनने दे नाल, गुरु के आग्याकारी सिख बनने दे नाल सानू सचखंड दे विच बुलाया जाता है। हर मेले मेलनहार, सचखंड का मालक वाहिगुरु है। वो मिलन वाला वाहिगुरु फिर सानू अपने नाल मेल लैंदा। इहदा मतलब ये होया भी जे किसी ने वाहिगुरु परमेश्वर नूं मिलना है ना, तो गुरु की किरपा नाल मिलिया जाना। तो आपां गुरु की किरपा के पात्र बनना। नानू गुरमुख महल बुलाइए। गुरमुख रूहां नूं वाहिगुरु के सचखंड विच बुलाया जाता है। दूजे नहीं उत्थे जा सकते, मनमुख नहीं जा सकते। गुरमुख बनो तो फिर वाहिगुरु के सचखंड विच जाण दा सदा संदेशा सानू भी मिल सकता है। तो वाहिगुरु तो साडी उडीक कर रहे हैं। हर मेले मिलनहार, वो मिलन वाला वाहिगुरु अपने नाल मिलन नहीं बैठा है भी आओ मेरे कोल मैं थानू अपने सीने नाल लावां, पर असीं उत्थे जांदे ही नहीं। तो फिर किवें वाहिगुरु परमेश्वर दे नाल साडा मिलाप हो सकता है? हाँ, जे वाहिगुरु नूं मिलना है तो गुरमुख बनो। तो गुरमुख किवें बनिया जांदा है? आपां खंडे बाटे का अमृत छके, खालसे का साजना दिवस वैसाखी का पुरब आ रहा है, गुरु वाले बनीए, गुरु की बख्शी बाणी ते बाणी की रहत नूं अपनाइए, तो फिर ही असी गुरमुख बन सकते हैं। फिर ही असी वाहिगुरु परमेश्वर के सचखंड के अधिकारी बन सकते हैं। तां ही सानू रब की दरगाह का सदा आ सकता है, तो वाहिगुरु सानू अपने नाल मेल सकता है। ये है पावन बाणी की शब्द की विचार जो संगतां ने सरवण की। होइयां भुल्लां चुकां लई खिमा करना। काया महल मंदिर कर हर का, तिस मह राखी जोत अपार। नानक गुरमुख महल बुलाइए, हर मेले मेलन हार। वाहिगुरु जी का खालसा, वाहिगुरु जी की फतेह।